1837 ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਾਹੌਰ ਪਹੁੰਚਦੇ ਨੇ। ਆਪਣੇ ਜੀਵਨ ਦੇ ਪਹਿਲੇ 20-21 ਸਾਲ ਉਹਨਾਂ ਨੇ ਇੱਕ ਪੇਂਡੂ ਸੱਭਿਆਚਾਰ ਦੇ ਵਿੱਚ ਬਤੀਤ ਕੀਤੇ। ਲਾਹੌਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਧਾਨੀ ਹੈ। ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਕਿਸੇ ਵੀ ਸਟੇਟ ਦੀ ਕੋਈ ਵੀ ਰਾਜਧਾਨੀ ਹੋਵੇ ਉਹ ਸਭ ਤੋਂ ਵੱਧ ਵਿਕਸਿਤ ਹੁੰਦੀ ਹੈ। ਉੱਥੋਂ ਦਾ ਲਾਈਫ ਸਟਾਈਲ, ਉੱਥੋਂ ਦਾ ਲਿਵਿੰਗ ਸਟੈਂਡਰਡ ਲੋਕਾਂ ਦਾ ਬਿਲਕੁਲ ਇੱਕ ਪੇਂਡੂ ਸੱਭਿਆਚਾਰ ਨਾਲੋਂ, ਕਲਚਰ ਨਾਲੋਂ ਵੱਖਰਾ ਹੋਵੇਗਾ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਸਤੇ ਇੱਕ ਵੱਖਰੇ ਤਰ੍ਹਾਂ ਦਾ ਐਕਸਪੀਰੀਅੰਸ ਸੀ, ਜਿਹੜਾ ਉਹਨਾਂ ਨੇ ਲਾਹੌਰ ਦਰਬਾਰ ਦੇ ਨੇੜੇ ਰਹਿ ਕੇ ਵੇਖਿਆ। ਖਾਲਸਾ ਰੈਜੀਮੈਂਟ ਵਿੱਚ ਰਹਿ ਕੇ ਉਹਨਾਂ ਨੇ ਜੋ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਸਨ ਸਮਾਜ ਵਿੱਚ ਹੋ ਰਹੇ ਬਦਲਾਵ ਨੂੰ ਵੇਖਿਆ। ਰਾਜਨੀਤਿਕ ਤੌਰ 'ਤੇ ਚੇਂਜ ਹੈ, ਸਮਾਜਿਕ ਤੌਰ 'ਤੇ ਬਦਲਾਵ ਹੈ, ਧਾਰਮਿਕ ਤੌਰ 'ਤੇ ਬਦਲਾਵ ਹੈ। ਇਹ ਸਾਰਿਆਂ ਬਾਰੇ ਗੱਲਾਂ ਨਾ ਕਰਦਿਆਂ ਹੋਇਆਂ ਸਿਰਫ ਇੰਨੀ ਗੱਲ ਕਰਕੇ ਗੱਲ ਅੱਗੇ ਤੋਰਦਾ ਕਿ ਉਸ ਵਕਤ ਬੇਸ਼ੱਕ ਅਖਵਾਉਣ ਨੂੰ ਤੇ ਇਹ ਖਾਲਸਾ ਰਾਜ ਸੀ, ਅਖਵਾਉਣ ਨੂੰ ਤੇ ਖਾਲਸਾ ਰੈਜੀਮੈਂਟ ਸੀ, ਅਖਵਾਉਣ ਨੂੰ ਤੇ ਇਹ ਦਰਬਾਰ ਸਿੱਖਾਂ ਦਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਸੀ, ਪਰ ਜਿਹੜੀਆਂ ਕੁਰੀਤੀਆਂ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਰਜਿਆ ਸੀ ਉਹ ਸਾਰੀਆਂ ਹੀ ਇਸ ਦਰਬਾਰ ਦੇ ਵਿੱਚ ਉਸ ਵਕਤ ਮੌਜੂਦ ਸਨ। ਡਾਰੇ ਦਸਤਾਰੇ ਸਾਫੇ ਭਾਰੇ ਹੈ ਸੰਭਾਰੇ, ਅੱਛਾ ਕੱਛਾ ਤਜ ਗਏ ਧੋਤੀ ਸੁੱਥੂ ਤੰਗ ਤਨ ਕੈ, ਧਾਰੇ ਹੈ ਗਰਾਰੇ ਤੰਬੇ ਤਹਿਮਤ ਅਧਿਕ ਲੰਬੇ, ਜਿਨ੍ਹਾਂ ਦੇਖ ਸਿੱਖੀ ਗਊ ਕੰਬੈ ਤੁਰਕ ਗਨ ਕੈ, ਸਿੱਖੀ ਦਸਮੇਸ਼ ਕੀ ਸੋ ਕੀ ਅਪਰਦੇਸ ਕੀ, ਅਸਿੱਖੀ ਪਰੀ ਪੇਸ਼ ਕੀ ਸ਼ਨਾਰ ਬਨ ਠਨ ਕੈ। ਘੱਟ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ, ਉਸ ਵਕਤ ਖਾਣ ਪਾਣ ਪਹਿਰਾਨ ਸਾਰਾ ਕੁਛ ਹੀ ਸਿੱਖਾਂ ਦਾ ਬਦਲ ਚੁੱਕਾ ਸੀ, ਗੁਰਸਿੱਖੀ ਤੋਂ ਬਹੁਤ ਦੂਰ ਹੋ ਚੁੱਕੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਯਤਨ ਕੀਤਾ, ਉਸ ਵਕਤ ਆਪਣੇ ਫੌਜੀ ਜੀਵਨ ਦੇ ਦੌਰਾਨ ਹੀ ਯਤਨ ਕੀਤਾ ਕਿ ਜੋ ਨਿਘਾਰ ਆ ਚੁੱਕਾ ਹੈ ਸਿੱਖੀ ਦੇ ਵਿੱਚ, ਸਿੱਖ ਆਪਣੀ ਮਰਿਆਦਾ ਤੋਂ, ਆਪਣੀ ਬਾਣੀ ਤੋਂ, ਗੁਰੂ ਸਿਧਾਂਤਾਂ ਤੋਂ ਦੂਰ ਜਾ ਰਹੇ ਨੇ, ਉਹਨਾਂ ਨੂੰ ਦੁਬਾਰਾ ਤੋਂ ਜੋੜਿਆ ਜਾਵੇ। ਜਿੱਥੇ ਸੱਚੇ ਪਾਤਸ਼ਾਹ ਜਦੋਂ ਆਉਂਦੇ ਨੇ ਫੌਜ ਵਿੱਚ, ਸੰਤ ਸੰਤੋਖ ਸਿੰਘ ਜੀ ਬਾਹੋਵਾਲ ਇਸ ਗੱਲ ਦਾ ਜ਼ਿਕਰ ਕਰਦੇ ਨੇ, ਉਹ ਆ ਕੇ ਲੇਂਬਣ ਪੋਚਨ ਕਰਕੇ, ਬੋਕਰ ਦੇ ਕੇ, ਥਾਂ ਸਾਫ਼ ਕਰਕੇ, ਗੁਰਬਾਣੀ ਦੀ ਪਵਿੱਤਰ ਬੀੜ ਦਾ ਪ੍ਰਕਾਸ਼ ਕਰਕੇ ਗੁਰਬਾਣੀ ਪੜ੍ਹਨੀ ਆਪ ਸ਼ੁਰੂ ਕਰਦੇ ਨੇ। ਨਾਲ ਦੇ ਸਾਥੀਆਂ ਨੂੰ ਉਹ ਪ੍ਰੇਰਦੇ ਨੇ, ਭਾਈ ਬਾਣੀ ਪੜ੍ਹੋ, ਔਰ ਮਰਿਆਦਾ ਦੱਸਦੇ ਨੇ ਕਿ ਗੁਰਬਾਣੀ ਦਾ ਅਦਬ ਕਿਸ ਤਰ੍ਹਾਂ ਕਰਨਾ ਹੈ। ਸੰਗਰਾਂਦ ਦਾ ਦਿਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬੈਠ ਕੇ ਬਾਣੀ ਪੜ੍ਹਦੇ ਨੇ ਪਏ। ਇੱਕ ਫੌਜੀ ਸਿਪਾਹੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਤੁਰਿਆ ਆ ਰਿਹਾ। ਸਤਿਗੁਰੂ ਜੀ ਉਹਦੇ ਵੱਲ ਵੇਖਿਆ, ਇਸ਼ਾਰਾ ਕੀਤਾ ਵੀ ਅੱਗੇ ਨਾ ਆਈ, ਰੁਕ ਜਾ। ਉਹ ਨਾ ਰੁਕਿਆ, ਅੱਗੇ ਤੁਰਿਆ ਆਇਆ। ਸੱਚੇ ਪਾਤਸ਼ਾਹ ਫਿਰ ਉਸ ਨੂੰ ਤੇਜ਼ੀ ਵਿੱਚ ਹੋ ਕੇ ਬਚਨ ਕੀਤਾ, ਜੇ ਅੱਗੇ ਆਇਆ ਤਾਂ ਮਾਰਾਂਗਾ, ਅੱਗੇ ਨਾ ਆਈ। ਉਹ ਫਿਰ ਵੀ ਨਾ ਹਟਿਆ। ਉਸਨੇ ਲਿਆ ਕੇ ਕੜਾਹ ਪ੍ਰਸ਼ਾਦ ਦੀ ਉਹ ਦੇਗ ਜਿਹੜੀ ਸੀ ਤਾਬਿਆ ਰੱਖ ਦਿੱਤੀ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਵੇਖਿਆ ਵੀ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਤਾਬਿਆ ਰੱਖ ਦਿੱਤੀ ਹੈ, ਛੇਤੀ ਨਾਲ ਉੱਠੇ। ਹੱਥ ਦੇ ਵਿੱਚ ਪਰਸਰਾਮ ਰੱਖਦੇ ਸਨ। ਪਰਸਰਾਮ ਤੋਂ ਭਾਵ ਹੈ ਕੁਹਾੜਾ, ਕੁਹਾੜੇ ਤੋਂ ਭਾਵ ਹੈ ਜਿਹੜਾ ਅਸੀਂ ਸਫਾ ਜੰਗ ਜਾਂ ਟਕੂਆ ਜੋ ਵਰਤਦੇ ਹਾਂ, ਇਹਦਾ ਵੱਡਾ ਸਰੂਪ। ਉਸੇ ਵਕਤ ਉਸ ਕੁਹਾੜੇ ਦੇ ਨਾਲ ਵਾਰ ਕੀਤਾ, ਕੜਾਹ ਪ੍ਰਸ਼ਾਦ ਕਿਸੇ ਪਾਸੇ ਖਿਲਰ ਗਿਆ। ਜਿਹੜਾ ਉਹ ਭਾਂਡਾ ਸੀ, ਬਰਤਨ ਸੀ, ਉਹ ਵੀ ਸਤਿਗੁਰੂ ਜੀ ਨੇ ਕੁਹਾੜਾ ਮਾਰ ਕੇ, ਪਰਸਰਾਮ ਮਾਰ ਕੇ ਤੇ ਤੋੜ ਦਿੱਤਾ। ਤੇ ਨਾਲ ਇਹ ਬਚਨ ਕੀਤਾ, ਭਾਈ ਲੋਹੇ ਕਾ ਸੁਹਾਗਾ ਫਿਰਨਾ ਹੈ, ਜੋ ਨਾਮ ਜਪੇਗਾ ਬਾਣੀ ਪੜ੍ਹੇਗਾ ਉਸ ਦਾ ਬਚਾਅ ਹੋਵੇਗਾ, ਨਹੀਂ ਤੇ ਕਿਸੇ ਦਾ ਬਚਾਅ ਨਹੀਂ। ਸਾਰੇ ਸਿੱਖ ਜਿਤਨੇ ਸਨ ਉਸ ਰੈਜੀਮੈਂਟ ਦੇ, ਉਹਨਾਂ ਸਾਰਿਆਂ ਨੇ ਅਰਜ਼ ਕੀਤੀ, ਜੀ ਬਾਕੀ ਤੇ ਸਾਰੀ ਗੱਲ ਠੀਕ ਹੈ, ਬਾਣੀ ਤੁਸੀਂ ਪੜ੍ਹਦੇ ਹੋ, ਅਸੀਂ ਸੁਣਦੇ ਹਾਂ, ਪਰ ਅਸੀਂ ਕੜਾਹ ਪ੍ਰਸ਼ਾਦ ਲੈ ਕੇ ਆਏ ਸਾਂ, ਤੁਸੀਂ ਐਡੀ ਬੇਅਦਬੀ ਕੀਤੀ, ਪ੍ਰਸ਼ਾਦ ਚਲਾ ਕੇ ਮਾਰਿਆ, ਉਸ ਭਾਂਡੇ ਨੂੰ ਭੰਨ ਦਿੱਤਾ, ਇਹ ਕਿਉਂ ਕੀਤਾ? ਅਸੀਂ ਤੇ ਭੋਗ ਲਵਾਉਣਾ ਸੀ। ਸਤਿਗੁਰੂ ਜੀ ਰੋਹ ਵਿੱਚ ਆ ਕੇ ਬਚਨ ਕੀਤਾ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਹੁੱਕੇ ਦੇ ਪਾਣੀ ਦਾ ਬਣਿਆ ਹੋਇਆ ਤੁਸੀਂ ਪ੍ਰਸ਼ਾਦ ਲਿਆਉਂਦੇ ਹੋ, ਲਿਆ ਕੇ ਤਾਬਿਆ ਰੱਖਦੇ ਹੋ, ਰੱਖ ਕੇ ਆਂਦੇ ਹੋ ਅਸੀਂ ਭੋਗ ਲਵਾਉਣਾ। ਜਿਸ ਹੁੱਕੇ ਨੂੰ, ਜਿਸ ਤਮਾਕੂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਗਤ ਝੂਠ ਆਖਿਆ,
ਤੁਸੀਂ ਉਹਦਾ ਲਿਆ ਕੇ ਪ੍ਰਸ਼ਾਦ ਸਤਿਗੁਰਾਂ ਦੀ ਭੇਟ ਕਰਨਾ ਹੈ। ਜਦੋਂ ਇਹ ਸ਼ਬਦ ਆਖੇ, ਸਿੱਖ ਸਾਰੇ ਜਿਤਨੇ ਉੱਥੇ ਖਲੋਤੇ ਹੋਏ ਸਨ, ਰੈਜੀਮੈਂਟ ਦੇ ਸਿਪਾਹੀ, ਉਹਨਾਂ ਆਖਿਆ ਜੀ ਆਪਾਂ ਪਤਾ ਕਰ ਲੈਂਦੇ ਹਾਂ ਵੀ ਪ੍ਰਸ਼ਾਦ ਕਿਸ ਤਰ੍ਹਾਂ ਬਣਿਆ। ਬਾਣੀਏ ਕੋ ਜਾ ਕੇ ਪਤਾ ਕੀਤਾ, ਸੱਚ ਦੱਸ ਇਹ ਪ੍ਰਸ਼ਾਦ ਬਣਾਇਆ ਕਿਸ ਤਰ੍ਹਾਂ। ਉਹਨੇ ਦੱਸਿਆ ਜੀ ਵੀ ਮੈਂ ਕੱਲ੍ਹ ਦਾ ਹੀ ਪਾਣੀ ਭਰ ਕੇ ਰੱਖਿਆ ਸੀ, ਜਦੋਂ ਮੈਂ ਸਵੇਰੇ ਉੱਠਿਆ ਤੇ ਉੱਠਦੇ ਸਾਰ ਹੀ ਜਿਹੜਾ ਹੁੱਕੇ ਵਾਲਾ ਨਰੇਲ ਹੁੰਦਾ, ਭਾਵ ਜਿਹਦੇ ਵਿੱਚ ਪਾਣੀ ਭਰਦੇ ਨੇ, ਉਹ ਮੈਂ ਇਹਦੇ ਵਿੱਚ ਹੀ ਧੋ ਲਿਆ ਤੇ ਇਹਦੇ ਵਿੱਚੋਂ ਹੀ ਪਾਣੀ ਭਰ ਲਿਆ, ਫਿਰ ਉਸੇ ਪਾਣੀ ਦਾ ਹੀ ਮੈਂ ਕੜਾਹ ਪ੍ਰਸ਼ਾਦ ਬਣਾ ਦਿੱਤਾ। ਨਾਲ ਉਹਨੇ ਇਹ ਵੀ ਦੱਸਿਆ, ਉਹ ਆਖਣ ਲੱਗਾ ਜੀ ਮੈਂ ਪਹਿਲਾਂ ਤਮਾਕੂ ਵੀ ਪੀਤਾ, ਤਮਾਕੂ ਦਾ ਸੇਵਨ ਕੀਤਾ, ਫਿਰ ਮੈਂ ਇਹ ਕੜਾਹ ਪ੍ਰਸ਼ਾਦ ਬਣਾਇਆ। ਜਦੋਂ ਇਹ ਬਚਨ ਸਾਰਿਆਂ ਸਿੱਖਾਂ ਨੇ ਸੁਣੇ ਤੇ ਸਾਰਿਆਂ ਦੇ ਅੰਦਰ ਇੱਕ ਭਾਵਨਾ ਪ੍ਰਗਟ ਹੋਈ, ਭਾਵਨਾ ਬਣੀ ਵੀ ਇਹ ਤੋਂ ਬੜੇ ਅੰਤਰਜਾਮੀ ਹੈ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਵਕਤ ਉਹਨਾਂ ਨੂੰ ਤਾੜਨਾ ਕੀਤੀ, ਭਈ ਤੁਸੀਂ ਸਤਿਗੁਰੂ ਦੀ ਤਾਬਿਆ ਲਿਆ ਕੇ ਸਤਿਗੁਰੂ ਨੂੰ ਭੋਗ ਲਵਾਉਣ ਵਾਸਤੇ ਜਿਹੜਾ ਕੜਾਹ ਪ੍ਰਸ਼ਾਦ ਲਿਆ ਰਹੇ ਹੋ, ਤੁਸੀਂ ਕਦੀ ਇਹ ਵਿਚਾਰ ਨਹੀਂ ਕਰਦੇ ਇਹ ਪ੍ਰਸ਼ਾਦ ਕਿਹਨਾਂ ਦੇ ਹੱਥਾਂ ਦਾ ਬਣਿਆ ਹੋਇਆ। ਸਾਹਿਬ ਦਸਮ ਪਾਤਸ਼ਾਹ ਰਹਿਤਨਾਮਿਆਂ ਵਿੱਚ ਇਸ ਗੱਲ ਦਾ ਜ਼ਿਕਰ ਆਇਆ, ਤਨਕ ਤਮਾਕੂ ਸੇਵੀਐ ਦੇਵ ਪਿਤਰ ਛੱਡ ਜਾਹੇ, ਪਾਣੀ ਤਾਕੇ ਹਾਥ ਕਾ ਮਦਰਾ ਸਮ ਹੋਏ ਜਾਏ। ਪਾਤਸ਼ਾਹ ਫਰਮਾਨ ਕਰਦੇ ਨੇ, ਜੇ ਕੋਈ ਤਮਾਕੂ ਦਾ ਸੇਵਨ ਕਰਦਾ, ਉਸ ਸੇਵਨ ਕਰਨ ਵਾਲੇ ਦੇ ਹੱਥੋਂ ਜੇ ਕੋਈ ਪਾਣੀ ਦਾ ਗਲਾਸ ਲੈ ਕੇ ਵੀ ਪੀ ਲੈਂਦਾ ਤੇ ਸਮਝ ਲਓ ਉਸਨੇ ਸ਼ਰਾਬ ਪੀ ਲਈ ਹੈ। ਭਾਵ ਸ਼ਰਾਬ ਪੀਣ ਜਿੰਨਾ ਪਾਪ ਉਸ ਮਨੁੱਖ ਨੂੰ ਲੱਗਦਾ ਜਿਹੜਾ ਉਹਨਾਂ ਹੱਥਾਂ ਵਿੱਚੋਂ ਲੈ ਕੇ ਖਾਂਦਾ, ਜਿਨ੍ਹਾਂ ਹੱਥਾਂ ਦੇ ਨਾਲ ਤਮਾਕੂ ਦਾ ਸੇਵਨ ਕੀਤਾ ਜਾਂਦਾ। ਇਹ ਮਰਿਆਦਾ ਸੀ ਕਿਸੇ ਸਮੇਂ, ਇਹ ਮਰਿਆਦਾ ਸਾਹਿਬ ਦਸਮ ਪਾਤਸ਼ਾਹ ਦੀ ਸੀ। ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਮਰਿਆਦਾ ਨੂੰ ਲਾਗੂ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਬਿਠਾ ਕੇ ਸਮਝਾਉਂਦੇ ਨੇ, ਭਾਈ ਕੜਾਹ ਪ੍ਰਸ਼ਾਦ ਕੀ ਬਿਧ ਸੁਣ ਲੀਜੈ। ਜਿਹੜੀ ਵਿਧੀ ਸਾਹਿਬ ਦਸਮ ਪਾਤਸ਼ਾਹ ਨੇ ਰਹਿਤਨਾਮਿਆਂ ਵਿੱਚ ਲਿਖੀ, ਕੜਾਹ ਪ੍ਰਸ਼ਾਦ ਇਸ ਤਰ੍ਹਾਂ ਬਣਦਾ ਹੈ, 3 ਭਾਗ ਸਮਸਰ ਕਰ ਲੀਜੈ, ਲੇਪਣ ਆਗੈ ਬਹੁ ਕਰ ਦੀਜੈ, ਮਾਂਜਨ ਕਰ ਭਾਂਜਨ ਤੋਂ ਵੀਜੈ। ਪਹਿਲਾਂ ਸਾਰੇ ਭਾਂਡੇ ਮਾਂਜੇ ਜਾਣ, ਫਿਰ ਉਹ ਧੋਤੇ ਜਾਣ, ਕਰ ਇਸ਼ਨਾਨ ਪਵਿੱਤਰ ਹੋਏ ਬਹੈ, ਗੁਰ ਮੰਤਰ ਬਿਨ ਅਵਰ ਨਾ ਕਹੈ। ਆਪ ਵੀ ਇਸ਼ਨਾਨ ਕਰੇ, ਸੁੱਚੇ ਬਸਤਰ ਧਾਰਨ ਕਰੇ, ਸੁੱਚੇ ਭਾਂਡੇ ਵਿੱਚ, ਕੋਰੇ ਭਾਂਡੇ ਦੇ ਵਿੱਚ ਘੜੇ ਵਿੱਚ ਜਲ ਲੈ ਕੇ ਆਵੇ ਤੇ ਤਾਂ ਪ੍ਰਸ਼ਾਦ ਬਣਾਵੇ। ਬਣਾਉਂਦਿਆਂ ਹੋਇਆਂ ਗੁਰੂ ਮੰਤਰ ਦਾ ਜਾਪ ਕਰੇ। ਜੇ ਇਸ ਤਰ੍ਹਾਂ ਪ੍ਰਸ਼ਾਦ ਬਣਾਇਆ ਜਾਵੇਗਾ ਤੇ ਉਹ ਪ੍ਰਸ਼ਾਦ ਅੰਮ੍ਰਿਤ ਦੇ ਸਮ ਹੋ ਜਾਵੇਗਾ, ਔਰ ਉਸੇ ਪ੍ਰਸ਼ਾਦ ਨੂੰ ਹੀ ਉਹੀ ਪ੍ਰਸ਼ਾਦ ਗੁਰੂ ਕੇ ਭੋਗ ਲਵਾਉਣ ਦੀ ਲਾਇਕ ਹੈ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਫੌਜੀ ਜੀਵਨ ਦੇ ਦੌਰਾਨ ਜੋ ਨਿਗਾਰ ਆ ਚੁੱਕਾ ਸਿੱਖੀ ਵਿੱਚ, ਉਹਦੇ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕਰ ਰਹੇ ਨੇ। ਮੈਂ ਇੱਥੇ ਅਰਜ਼ ਕਰਦੇ ਹਾਂ, ਹਜ਼ੂਰ ਸਤਿਗੁਰੂ ਜੀ ਵੱਲੋਂ ਇਹ ਹੁਕਮ ਹੋਇਆ ਕਿ ਆਪਾਂ ਜੋ ਇਹ ਲੜੀ ਚਲਾ ਰਹੇ ਹਾਂ, ਇਹਦੇ ਵਿੱਚ ਖਾਸ ਕਰਕੇ ਸਾਡਾ ਫੋਕਸ ਨੌਜਵਾਨਾਂ ਪ੍ਰਤੀ ਜਾਂ ਬੱਚਿਆਂ ਪ੍ਰਤੀ ਰਵੇ। ਅੱਜ ਦੇ ਇਸ ਸਮਾਜ ਵਿੱਚ ਜਦੋਂ ਅਸੀਂ ਧਿਆਨ ਮਾਰਦੇ ਹਾਂ ਨਾਮਧਾਰੀਆਂ ਵਿੱਚ, ਤੇ ਇਸ ਗੱਲ ਦੀ ਅਜੇ ਕਿਰਪਾ ਹੈ ਸਤਿਗੁਰੂ ਜੀ ਦੁਆਰਾ ਬਖਸ਼ੀ ਹੋਈ ਮਰਿਆਦਾ ਨੂੰ ਬਹੁਤ ਥਾਈਂ ਫੋਲੋ ਕੀਤਾ ਜਾਂਦਾ ਹੈ, ਪਰ ਗੈਰ ਨਾਮਧਾਰੀ ਸਮਾਜ ਦੇ ਵਿੱਚ, ਸਿੱਖ ਸਮਾਜ ਵਿੱਚ ਅੱਜ ਇਹ ਵੇਖਣ ਵਿੱਚ ਆਉਂਦਾ ਜਦੋਂ ਜਾਈਦਾ ਕਿਸੇ ਪ੍ਰੋਗਰਾਮ ਵਿੱਚ ਕਿ ਹਲਵਾਈਆਂ ਦੇ ਹੱਥ ਦਾ ਬਣਿਆ ਹੋਇਆ ਪ੍ਰਸ਼ਾਦ ਜਾਂ ਲੰਗਰ ਲਿਆ ਕੇ ਤਾਬਿਆ ਰੱਖ ਕੇ ਉਸ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਪਰ ਸਾਹਿਬ ਦਸਮ ਪਾਤਸ਼ਾਹ ਜੀ ਦੀ ਇਹ ਮਰਿਆਦਾ ਸੀ। ਇਹ ਮਰਿਆਦਾ ਸਤਿਗੁਰੂ ਰਾਮ ਸਿੰਘ ਜੀ ਦੀ ਨਹੀਂ, ਦਸਮ ਪਾਤਸ਼ਾਹ ਦੇ ਸਮੇਂ ਦੀ ਮਰਿਆਦਾ ਸੀ, ਪਰ ਉਸ ਨੂੰ ਦ੍ਰਿੜ ਕਰਾਇਆ ਸਤਿਗੁਰੂ ਰਾਮ ਸਿੰਘ ਜੀ ਨੇ। ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਵਿੱਚ ਇਹ ਬਚਨ ਆਉਂਦਾ ਹੈ ਕਿ ਕਈ ਆਖਦੇ ਨੇ ਜੀ ਕਿਸੇ ਦੇ ਹੱਥ ਨਾਲ ਕੀ ਫਰਕ ਪੈਂਦਾ, ਖਾਣ ਪੀਣ ਵਿੱਚ ਕੀ ਰੱਖਿਆ। ਸਤਿਗੁਰੂ ਜੀ ਬੜਾ ਸਟੀਕ ਜਿਹਾ ਇੱਕ ਪ੍ਰਮਾਣ ਦਿੰਦੇ ਸਨ ਕਿ ਅਸੀਂ ਕਿਸੇ ਗੁਰੂ ਮਹਾਂਪੁਰਸ਼ ਸਤਿਗੁਰੂ ਪੀਰ ਅਵਤਾਰ ਦੀ ਤਸਵੀਰ ਵੇਖਦੇ ਹਾਂ, ਸਾਡਾ ਫਿਜ਼ੀਕਲ ਟੱਚ ਨਹੀਂ ਹੈ, ਕੇਵਲ ਅੱਖਾਂ ਰਾਹੀਂ ਵੇਖਦੇ ਹਾਂ, ਸਾਡੇ ਮਨ ਦੇ ਵਿਚਾਰ ਬਦਲਦੇ ਨੇ। ਉਹੀ ਅਸੀਂ ਕੋਈ ਵਲਗਰ ਤਸਵੀਰ ਵੇਖਦੇ ਹਾਂ, ਸਾਡੇ ਮਨ ਦੇ ਵਿਚਾਰ ਕਿਸ ਤਰ੍ਹਾਂ ਦੇ ਬਣਦੇ ਨੇ। ਕੇਵਲ ਅੱਖਾਂ ਦੇ ਨਾਲ ਵੇਖਣ ਕਰਕੇ ਜੇ ਸਾਡੇ ਮਨ ਦੇ ਵਿਚਾਰ ਬਦਲ ਸਕਦੇ ਨੇ, ਤੇ ਜੇ ਤਮਾਕੂ ਖਾਣ ਵਾਲਿਆਂ ਦੇ ਹੱਥਾਂ ਦਾ ਜਾਂ ਬੀੜੀ ਪੀਣ ਵਾਲਿਆਂ ਦੇ ਹੱਥਾਂ ਦਾ, ਸ਼ਰਾਬ ਦੇ ਸੇਵਨ ਕਰਨ ਵਾਲਿਆਂ ਦਾ ਹੱਥਾਂ ਦਾ ਅਸੀਂ ਖਾਵਾਂਗੇ, ਸਾਡੇ ਮਨ ਦੀ ਬਿਰਤੀ ਕਿਸ ਤਰ੍ਹਾਂ ਦੀ ਬਣੇਗੀ। ਆਪਾਂ ਯਤਨ ਕਰੀਏ ਐਸਿਆਂ ਹੱਥਾਂ ਤੋਂ ਖਾਣ ਤੋਂ ਗੁਰੇਜ਼ ਕੀਤਾ ਜਾਵੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ
ਜਿੱਥੇ ਇਹ ਮਰਿਆਦਾ ਲਾਗੂ ਕਰਦੇ ਨੇ ਬਾਣੀ ਪੜ੍ਹਨ ਦੀ, ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਅਧਿਐਨ ਕਰਦੇ ਨੇ ਔਰ ਨਾਲ ਦਿਆਂ ਸਾਥੀਆਂ ਨੂੰ ਪ੍ਰੇਰਦੇ ਨੇ, ਉੱਥੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਆਰਾ ਬਖਸ਼ੇ ਹੋਏ 5 ਕਕਾਰਾਂ ਪ੍ਰਤੀ ਬੜੇ ਸੁਚੇਤ ਨੇ। ਜ਼ਿਕਰ ਇਹ ਆਉਂਦਾ ਹੈ, ਸੰਤ ਸੰਤੋਖ ਸਿੰਘ ਜੀ ਬਾਹੋਵਾਲ ਲਿਖਦੇ ਨੇ, ਇੱਕ ਵਾਰੀ ਬਾਹਰ ਤੁਰੇ ਜਾਂਦੇ ਸਨ, ਆਪਣੇ ਗਲ ਦਾ ਸੋਨੇ ਦਾ ਕੈਂਠਾ ਲਾ ਕੇ ਦੇ ਆਏ ਕਿਸੇ ਨੂੰ ਤੇ ਉਹਦੇ ਕੋਲੋਂ ਸ੍ਰੀ ਸਾਹਿਬ ਲੈ ਆਏ। ਜਦੋਂ ਵਾਪਸ ਆਏ ਤੇ ਬਾਬਾ ਜਮੀਤ ਸਿੰਘ ਹੋਣਾ ਨੇ ਆਖਿਆ, ਜੀ ਤੁਸੀਂ ਕੀ ਕੀਤਾ, 100 ਰੁਪਏ ਦਾ ਕੈਂਠਾ ਦੇ ਕੇ ਤੇ ਪੈਸੇ ਦੀ ਕਿਰਪਾਨ ਲੈ ਆਏ ਹੋ। सदगुरु जी बचन किया, जमीत सिंगा ये पैसे की कृपान नहीं, हमारा श्री साहिब तो 1.25 लाख का है। थोड़े दिन बीते, फिर एक मुंदरा सन सदगुरु जी कोल सोने दियां, वो दे के ते खंडा लैके आ गए। बाबा जमीत सिंह होना फिर आख्या, जी तुसीं की करदे हो, सोने दियां मुंदरा दे के 50 रुपए दियां ते आ पैसे दा खंडा लै आए हो। सदगुरु जी फिर बचन किया, जमीत सिंगा ये पैसे का खंडा नहीं, ये तो 1.25 लाख का खंडा है। हालांकि बाबा जी जाके वो वस्तुआं वापस लै आंदे रहे, पर सदगुरु जी उन्होंने प्रवान नहीं किया। तीसरी बारी इस तरह का बचन बनया, सदगुरु जी बाहर गए, सोने दे कड़े पाए हुए सन, वो ला के किसी कोलों लोहे दे कड़े लैके आ गए। सूबेदार कान सिंह ने वेख्या, उन्हें आख्या, जी तुसीं की करदे हो, कित्थे सोना कित्थे लोहा, सोने दे कड़े दे के ते लोहे दे कड़े लै आए हो। सतगुरु राम सिंह जी एक बचन करना कीता सी, जिदे वाल ध्यान देना। सतगुरु जी उस वक्त बचन किया, असल विच सूबेदारा गल ये है, ये मेरे यार दियां निशानियां ने। यार तो भाव है साहब गुरु गोबिंद सिंह सच्चे पातशाह। गुरबाणी विच यार शब्द गुरु वास्ते भी आया है, परमेश्वर वास्ते भी आया है। सुन यार हमारे सज्जन एक करो बेनंती आ, यारड़े दा सानू सत्थर चंगा। यार शब्द इस तरह संबोधन किया तो सतगुरु राम सिंह सच्चे पातशाह उस वक्त ये दसना चाहते ने भई मेरे वास्ते कोई भी धातु मायना कुछ नहीं रखती, मेरे वास्ते सोना बहु मुला नहीं है, मेरे वास्ते चांदी हीरे जवाहरात जां लोहे का कोई मुल नहीं। ये धातुआं मेरे वास्ते कोई मुल नहीं रखदियां, असल विच सारियां तो उत्ते ते मेरे वास्ते मेरे सतगुरु का हुक्म है। मेरे सतगुरु दे 5 ककार ने, मेरे सतगुरु की निशानी है, जिन्ना तो उत्ते कुछ भी नहीं, जिसका मुल ही कोई नहीं। सतगुरु जगजीत सिंह जी के उपदेश च आउंदा है भी अज साडियां माइयां हत्थां दे विच सोने दे कंगण पा लैंदियां ने ते ओ गुरु गोबिंद सिंह द्वारा दिता होया लोहे दा कड़ा पाउण तो गुरेज करदियां ने। सतगुरु जी बचन करदे ने, भावें जिन्ना मर्जी सोना तुसीं धारण कर लो, पर सिੱਖੀ नहीं ਉਹਦੇ ਨਾਲ ਪ੍ਰਾਪਤ ਹੋਣੀ ਤੁਹਾਨੂੰ। जिन्ना चिर तक तुहाडे हत्थ दे विच गुरु गोबिंद सिंह द्वारा दिता होया कड़ा ना होवेगा सरबलोह दा, उन्ना चिर तक ये सिੱਖੀ जिहड़ी है प्रवान नहीं। भावें एक पासे असीं 10 लाख दा सोना पा लईए, दूसरे पासे असीं 10 रुपए दा कड़ा लैके पा लीए, उस 10 लाख दे सोने ने तुहानू सिख जां ਸਿੰਘਾਂ दे विच तुहाडा नाम नहीं कायम कराउणा। उस 10 रुपए के कड़े ने तुहानू 50 प्यारियां विच शुमार करवा देना है। गल 10 लाख दी नहीं, गल 10 रुपए दी नहीं, गल ते गुरु के हुक्म दी है, गुरु की निशानी दी है, गुरु के ककार दी है। आपां यतन करिया करिए, इन्हां ककारां नू धारण करिया करिए। तो सतगुरु राम सिंह सच्चे पातशाह इस तरह के कौतक करके ते सारियां नू प्रेरित करते ने पए, सुचेत करते ने पए भी भाई जेड़े 5 ककार साहब दसम पातशाह बख्शे सी, आपां ओह धारण करके रखीए, उन्हां तो दूर ना होईए। तीसरा एक बचन होर, एक दिन मस्तानी बिरती विच आए सन, लकड़ां चिनियां 8 फूड़ियां लिआंदियां, भाव सफा 4 थल्ले रखियां, ਉਹਦੇ ਉੱਤੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਭੀੜ ਰੱਖੀ, ਉਹਦੇ ਉੱਤੇ 4 ਫੂੜੀਆਂ ਹੋਰ ਰੱਖ ਕੇ ਤੇ ਸੂਬੇਦਾਰ ਕਾਨ ਸਿੰਘ ਨੂੰ ਆਖਿਆ, ਕਾਨਿਆ ਅੱਗ ਲਗਾਏ ਦੇ। ਉਸਨੇ ਅੱਗ ਲਾ ਦਿੱਤੀ। ਸਾਰੇ ਪਾਸੇ ਹਾਹਾਕਾਰ ਮਚ ਗਈ ਵੀ ਭਾਈ ਮਸਤਾਨੇ ਨੇ ਕੀਤਾ ਕੀ, ਭਾਈ ਰਾਮ ਸਿੰਘ ਨੇ ਕੀਤਾ ਕੀ, ਗੁਰਬਾਣੀ ਦੀ ਭੀੜ ਨੂੰ ਇਸ ਨੇ ਅੱਗ ਲਾ ਦਿੱਤੀ, ਅਗਨ ਭੇਟ ਕਰਦਾ ਪਿਆ, ਇਹ ਕਰਦਾ ਕੀ ਪਿਆ। ਸਾਰੇ ਇਕੱਠੇ ਹੋ गए, ਇੱਕ ਵੱਡੀ ਤਾਦਾਦ ਜਿਹੜੀ ਸੀ ਉੱਥੇ ਇਕੱਠੀ ਹੋ ਗਈ। मैं इत्थे अर्ज करदियां, जो नामधारी पंथ दे कुछ विरोधी सुरां ने, वो ये गल इस गल दा जिक्र करदियां ने
ਕਿ ਨਾਮਧਾਰੀਆਂ ਦੇ ਗੁਰੂ ਸਤਿਗੁਰੂ ਰਾਮ ਸਿੰਘ ਨੇ ਆਪਣੀ ਫੌਜੀ ਜੀਵਨ ਦੇ ਵਿੱਚ ਗੁਰਬਾਣੀ ਦੀ ਪਵਿੱਤਰ ਬੀੜ ਜਿਹੜੀ ਸੀ ਉਸ ਨੂੰ ਅਗਨ ਭੇਟ ਕੀਤਾ। ਹਾਲਾਂਕਿ ਉਹ ਕਥਾ ਅਧੂਰੀ ਦੱਸਦੇ ਨੇ। ਸੰਤ ਸੰਤੋਖ ਸਿੰਘ ਜੀ ਬਾਹੋਵਾਲ ਇਸ ਸਮੁੱਚੀ ਕਥਾ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਲਾਟਾਂ ਜਿਹੜੀਆਂ ਸਨ ਉਹ ਬਲੀਆਂ, ਜਿਹੜੀਆਂ ਹੇਠਾਂ ਲੱਕੜਾਂ ਸਨ ਸੜ ਕੇ ਸਵਾਹ ਹੋ ਗਈਆਂ, ਜਿਹੜੀਆਂ ਫੂੜੀਆਂ ਉੱਤੇ ਪਾਈਆਂ ਸਨ ਉਹ ਵੀ ਸਾਰੀਆਂ ਸੜ ਕੇ ਸਵਾਹ ਹੋ ਗਈਆਂ। ਬਸ ਇੱਕ ਫੂੜੀ ਜਿਹੜੀ ਬੀੜ ਦੇ ਹੇਠਾਂ ਸੀ, ਇੱਕ ਜਿਹੜੀ ਉੱਤੇ ਸੀ, ਉਹ ਦੋ ਬਚ ਗਈਆਂ ਤੇ ਉਸ ਗੁਰਬਾਣੀ ਦੀ ਪਵਿੱਤਰ ਬੀੜ ਦੇ ਉੱਤੇ ਸੇਕ ਵੀ ਨਾ ਲੱਗਾ। ਤੇ ਭਾਈ ਸੰਤ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਗ੍ਰੰਥ ਸਾਹਿਬ ਦੀ ਬੀੜ ਨੂੰ ਚੁੱਕ ਕੇ ਬੜੇ ਅਦਬ ਨਾਲ ਧਰਿਆ, 3 ਵਾਰ ਮੱਥਾ ਟੇਕਿਆ, ਬਚਨ ਕਰਨਾ ਕੀਤਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉੱਠ ਕੇ ਫਿਰ ਬਚਨ ਕੀਤਾ, ਜੋ ਕੁਝ ਵੇਖਣਾ ਸੀ ਸੋ ਦੇਖ ਲੀਤਾ ਹੈ। ਹੁਣ ਇਸੇ ਬਾਣੀ ਦਾ ਪ੍ਰਚਾਰ ਕਰਾਉਣਾ ਹੈ, ਇਸੇ ਬਾਣੀ ਦਾ ਅਦਬ ਕਰਵਾਉਣਾ ਹੈ। ਮੈਂ ਚਾਹਾਂ ਤਾਂ ਬਾਣੀ ਹੋਰ ਵੀ ਰਚ ਸਕਦਾ ਹਾਂ, ਮੈਂ ਚਾਹਾਂ ਤਾਂ ਜਿਤਨੇ ਗ੍ਰੰਥ ਚਾਹਾਂ ਉਤਨੇ ਰਚ ਸਕਦਾ ਹਾਂ, ਪਰ ਹੁਣ ਹੋਰ ਨਹੀਂ ਰਚਨੇ, ਹੋਰ ਬਾਣੀ ਨਹੀਂ ਲਿਖਣੀ। ਇਸੇ ਬਾਣੀ ਦਾ ਅਦਬ ਕਰਾਉਣਾ ਹੈ, ਇਸੇ ਬਾਣੀ ਦੀ ਸ਼ਕਤੀ ਜਿਹੜੀ ਹੈ ਉਹ ਸਾਰੇ ਸੰਸਾਰ ਦੇ ਅੰਦਰ ਪ੍ਰਗਟ ਕਰਨੀ ਹੈ। ਇਹ ਬਚਨ ਕਰਨਾ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਤੇ ਮੈਂ ਕਈ ਵਾਰੀ ਕਹਿਣਾ ਵਾ, ਜਿਹੜੇ ਸੋਚਦੇ ਨੇ ਵੀ ਉਹਨਾਂ ਨੇ ਗੁਰਬਾਣੀ ਦੀ ਪਵਿੱਤਰ ਬੀੜ ਨੂੰ ਰੱਖ ਕੇ ਅਗਨ ਭੇਟ ਕੀਤਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਉਸ ਅਗਨੀ ਵਿੱਚੋਂ ਉਸ ਬੀੜ ਨੂੰ ਉਸੇ ਤਰ੍ਹਾਂ ਕੱਢ ਲਿਆ ਸੀ। ਜਿਹੜੇ ਅੱਜ ਆਪਣੇ ਆਪ ਨੂੰ ਮੁਦਈ ਮੰਨਦੇ ਨੇ ਉਹ ਕੱਢ ਕੇ ਵਿਖਾਉਣ ਇਸ ਤਰ੍ਹਾਂ ਰੱਖ ਕੇ। ਸਤਿਗੁਰੂ ਰਾਮ ਸਿੰਘ ਜੀ ਦੀ ਇਹ ਕੌਤਕ ਸੀ, ਇਹ ਕਰਾਮਾਤ ਸੀ। ਇੱਕ ਸਵਾਲ ਹੋਰ ਇਹ ਹੈ, ਉਹ ਇਹ ਹੈ ਕਿ ਇਹ ਕੌਤਕ ਕਿਉਂ ਕਰਦੇ ਨੇ, ਇਹਦੇ ਪਿੱਛੇ ਕਾਰਨ ਕੀ ਹੈ। ਮੇਰੇ ਵਿਦਿਆ ਗੁਰੂ ਸੰਤ ਨਿਸ਼ਾਨ ਸਿੰਘ ਹੋਣਾ ਨੇ ਇੱਕ ਕਾਰਨ ਦੱਸਿਆ, ਮੈਂ ਉਹ ਦੱਸ ਦਿੰਦਾ ਵਾਂ। ਇਹਦਾ ਬੈਕਗਰਾਉਂਡ ਕੀ ਹੈ ਔਰ ਬੜਾ ਜ਼ਰੂਰੀ ਹੈ, ਲਾਜ਼ਮੀ ਹੈ ਇਸ ਗੱਲ ਨੂੰ ਸਮਝਣਾ। ਕੀ ਸੰਦਰਭ ਰਿਹਾ ਉਸ ਵਕਤ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਦਾ ਕੌਤਕ ਕਰਨਾ ਪਿਆ। ਉਹਨਾਂ ਦੇ ਆਪਣੇ ਅੰਦਰ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਪ੍ਰਤੀਤ ਨਹੀਂ, ਉਹਨਾਂ ਦਾ ਆਪਣਾ ਨਿਸ਼ਚਾ ਹੈ ਬਾਣੀ ਪ੍ਰਤੀ, ਉਹਨਾਂ ਦੀ ਆਪਣੀ ਭਾਵਨਾ ਹੈ ਬਾਣੀ ਪ੍ਰਤੀ। ਉਹ ਗੁਰਬਾਣੀ ਦੇ ਕੱਲੇ ਕੱਲੇ ਅੱਖਰ ਨੂੰ ਅੰਮ੍ਰਿਤ ਮੰਨਦੇ ਨੇ, ਸ਼ਕਤੀ ਮੰਨਦੇ ਨੇ ਉਸ ਦੀ। ਪਰ ਉਹ ਇਸ ਤਰ੍ਹਾਂ ਦੇ ਕੌਤਕ ਕਿਉਂ ਕਰਦੇ ਨੇ ਪਏ, ਇਹਦੇ ਪਿੱਛੇ ਇੱਕ ਬੈਕਗਰਾਉਂਡ ਹੈ, ਛੋਟੀ ਜੀ ਗੱਲ ਹੈ, ਉਸ ਨੂੰ ਤੁਸੀਂ ਸਮਝਣ ਦਾ ਯਤਨ ਕਰਿਓ। ਇਤਿਹਾਸਕ ਤੱਥ ਹੈ। ਜਿਹੜਾ ਇਹ ਪੀਰੀਅਡ ਹੈ, ਜਿਸ ਪੀਰੀਅਡ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਿਚਰਦੇ ਨੇ ਪਏ, ਇਸ ਪੀਰੀਅਡ ਦੇ ਦੌਰਾਨ ਹੀ ਰਟੌਲ ਪਿੰਡ ਹੈ ਜ਼ਿਲ੍ਹਾ ਤਰਨਤਾਰਨ ਵਿੱਚ, ਉੱਥੇ ਇੱਕ ਬੱਚੇ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਮਾਪਿਆਂ ਗੁਲਾਬ ਦਾਸ। ਸਮਾਂ ਪਾ ਕੇ ਗੁਲਾਬ ਦਾਸ ਵੱਡਾ ਵਿਦਵਾਨ ਬਣਿਆ। ਇਹਨੇ ਹੀਰਾ ਦਾਸ ਉਦਾਸੀ ਮਹਾਂਪੁਰਖਾਂ ਦੇ ਪਾਸੋਂ, ਜਿਨ੍ਹਾਂ ਦੀ ਹੀਰਾ ਦਾਸੀ ਇਹ ਸੰਪਰਦਾ ਵੀ ਚੱਲਦੀ ਹੈ, ਸ਼ੁਰੂ ਕੀਤੀ ਸੀ ਉਹਨਾਂ ਨੇ, ਉਹਨਾਂ ਪਾਸੋਂ ਇਸਨੇ ਵਿੱਦਿਆ ਪੜ੍ਹੀ। ਕੁਝ ਸਮਾਂ ਬਾਅਦ ਇਸਨੇ ਉਦਾਸੀ ਮਹਾਂਪੁਰਖ ਸਨ ਭਾਈ ਦਇਆ ਸਿੰਘ ਹੋਣੀ, ਉਹਨਾਂ ਦੇ ਪਾਸੋਂ ਵੀ ਇਸਨੇ ਵਿੱਦਿਆ ਪ੍ਰਾਪਤ ਕੀਤੀ। ਨਿਰਮਲੇ ਮਹਾਂਪੁਰਖ ਸਨ ਬਾਬਾ ਦੇਵਾ ਸਿੰਘ ਹੋਣੀ, ਉਹਨਾਂ ਪਾਸੋਂ ਇਸਨੇ ਵਿਦਾਂਤ ਦੀ ਵਿੱਦਿਆ ਹਾਸਲ ਕੀਤੀ। ਉਹਨਾਂ ਦਿਨਾਂ ਦੇ ਵਿੱਚ ਵੱਡਾ ਕਵੀ ਹੈ ਹਰਦਾਸ, ਜਿਸ ਦਾ ਨਾਮ ਗਿਰਦਰ ਰਾਏ ਵੀ ਆਉਂਦਾ, ਜਿਸ ਦੀਆਂ ਕੁੰਡਲੀਆਂ ਬੜੀਆਂ ਮਸ਼ਹੂਰ ਨੇ। ਬਹੁਤ ਉੱਚ ਕਵਿਤਾ ਦਾ ਉਹਨਾਂ ਦਿਨ ਉੱਚ ਕਵਿਤਾ ਦਾ ਕਵੀ ਹੈ ਗਿਰਦਰ ਰਾਏ। ਇਸ ਗਿਰਦਰ ਰਾਏ ਨੂੰ ਵੀ ਇਸਨੇ ਆਪਣਾ ਉਸਤਾਦ ਧਾਰਨ ਕੀਤਾ। ਇਤਨਾ ਵੱਡਾ ਵਿਦਵਾਨ ਬਣਿਆ, ਪਰ ਵਿੱਦਿਆ ਹਾਸਲ ਕਰਕੇ ਇਹ ਨਾਸਤਕ ਬਣ ਗਿਆ। ਨਾਸਤਕ ਬਣਨ ਤੋਂ ਬਾਅਦ ਇਸ ਗੁਲਾਬ ਦਾਸ ਨੇ ਜਿਤਨੇ ਵੀ ਧਰਮ ਦੇ ਸਿਧਾਂਤ ਸਨ ਉਹ ਸਾਰੇ ਖੰਡਨ ਕਰਨੇ ਸ਼ੁਰੂ ਕੀਤੇ, ਜਿਹਦੇ ਵਿੱਚੋਂ ਇਸਨੇ ਜੋ ਸਿੱਖੀ ਸਿਧਾਂਤ ਸਨ, ਗੁਰਬਾਣੀ ਨੂੰ ਨਿਰੋਲ ਖੰਡਨ ਕੀਤਾ ਇਹਨਾਂ ਸ਼ਬਦਾਂ ਵਿੱਚ ਵੀ ਬਾਣੀ ਕਵਿਤਾ ਹੈ, ਇਹਦੇ ਵਿੱਚ ਕੋਈ ਤਾਕਤ ਨਹੀਂ, ਕੋਈ ਸ਼ਕਤੀ ਨਹੀਂ। ਉਸ ਦਾ ਤਰਕ ਇਹ ਸੀ ਕਿ ਜੇ ਇਸ ਬਾਣੀ ਦੇ ਵਿੱਚ ਕੋਈ ਸ਼ਕਤੀ ਹੁੰਦੀ ਤਾਂ ਇਸ ਬਾਣੀ ਨੂੰ ਲਿਖਣ ਵਾਲੇ ਜਾਂ ਇਸ ਬਾਣੀ ਨੂੰ ਉਚਾਰਨ ਕਰਨ ਵਾਲੇ ਤੱਤੀਆਂ ਲੋਹਾਂ ਤੇ ਨਾ ਬਹਿੰਦੇ। ਉਹਨਾਂ ਵਿੱਚ ਕੋਈ ਤਾਕਤ ਨਹੀਂ ਸੀ। ਇੰਨੇ ਦੁੱਖ ਉਹਨਾਂ ਨੂੰ ਝੱਲਣੇ ਪਏ, ਇੰਨੀ ਮੁਸੀਬਤਾਂ ਉਹਨਾਂ ਨੂੰ ਝੱਲਣੀਆਂ ਪਈਆਂ, ਤੇ ਜੇ ਉਹ ਦੁੱਖ ਤੋਂ ਨਹੀਂ ਬਚ ਸਕੇ, ਮੁਸੀਬਤ ਤੋਂ ਨਹੀਂ ਬਚ ਸਕੇ, ਤੇ ਤੁਸੀਂ ਬਾਣੀ ਪੜ੍ਹਨ ਵਾਲੇ ਕਿੱਦਾਂ ਬਚ ਜਾਵੋਗੇ? ਉਹਦਾ ਇਹ ਤਰਕ ਸੀ। ਔਰ ਹੈਰਾਨਗੀ ਦੀ ਗੱਲ ਇਹ ਹੈ,
मैं इनू डिटेल विच नहीं जाना। हैरानगी की गल यह है कि उस वक्त इस गुलाब दास की इन्हां गल्लां दे विच बहुत वड्डी गिणती विच सिख सरदार भी आ गए जिहड़े इहदे हिमाती सन भी ये ठीक आंदा। किस तरह का माहौल उस वक्त बनिया होया है, जिहदे बारे ज्ञानी ज्ञान सिंह होना ने एवें नहीं लिखिया भी उस वक्त माहौल कैसा है। जाग जिनके बडेरे बाणी पढ़ते सवेरे, गुरु ग्रंथ बिन हेरे अन्न जल पान ना करें, तिन ही के नाती धूप दीप की कहाँ बिख्याति, पाए है ना चाती मूस खात ग्रंथ को परै, जप जी ना रह रास पढ़े सुने कभी खास, और जो पढ़त पास हास तिन यौर रह, कहाँ रब बैरा है गहरा पुकारे यौ तू। कोई बाणी नहीं पढ़ता, जे कोई बाणी पढ़ता उन्होंने टिचरा करते ने। ये हालात बने हुए ने जदों गुलाब दास वर्गे प्रचार करते हैं पे भी बाणी में कोई शक्ति नहीं है, बाणी पढ़न का कोई लाभ नहीं है। उस समय सतगुरु राम सिंह सच्चे पातशाह ये कौतक करके दृष्टांत करके विखाना चाहते ने, भाई ये बाणी सच्ची है, गुरबाणी इस जग में चानन, गुरबाणी गावो भाई ओ सफल सदा सुखदाई। सतगुरु राम सिंह सच्चे पातशाह अपनी फौज के पलटन के जितने भी उन्होंने दे नेड़े रहन वाले ने उन्होंने ये दृढ़ करवाना चाहते ने भी भाई इस बाणी विच ताकत है, शक्ति है। जिहड़ा इस बाणी नूं पढ़ेगा, इस बाणी के सिद्धांतां उत्ते चलेगा, वो एक उस सहज अवस्था विच पहुंच जाएगा जिस सहज अवस्था विच जाके सुख दुख दोनों समकर जाना, और मान अपमाना हरख सोगते रह अतीता, तिन जग तत पछाना। इस अवस्था ते पहुंच जाएगा। ये अवस्था गुरबाणी पढ़े तो बिना नहीं प्राप्त हो सकती। सतगुरु राम सिंह सच्चे पातशाह छोटे छोटे कौतक कर रहे हैं पर इन्हां दे अर्थ बहुत वड्डे ने। इस तरह के बहुत होर सारे कौतक इस समय दौरान करते हैं। फौज के दौरान ही सच्चे पातशाह लंगर शुरू करते हैं। संत संतोख सिंह जी लिखते हैं लंगर की प्रथा इत्थों शुरू की। सारिया फौजियां नूं आख्या भाई कुछ दसवंध कढ़ के रस्त कढ़ के एक थां ते वखरी रखी जावे, जिथे कोई लोड़वंद आवे उत्थों कढ़ के दिती जावे। लंगर चलता है, इत्थों तक जिक्र होंदा भी सच्चे पातशाह कुत्तियां तक नूं प्रशादे पाउंदे ने। कोई लोड़वंद आउंदा है उसनूं प्रशादा मिलता है। नाम बाणी भजन बाणी लंगर प्रथा ये सारा कुछ जदों इस रैजीमेंट विच चलिया, इसे करके इसका नाम भगतां दी रैजीमेंट पै गया। समा समाप्त है। कुछ गल्लां जिहड़ियां ने वो असीं आउण वाले समां विच होर करांगे। अज 3 सिद्धांत ने जिहड़े मैं तुहाडे सामने रखे। ये 3 साखियां सतगुरु राम सिंह जी दे इस फौजी जीवन दौरान दियां ने जिहड़ियां बहुत वड्डे अर्थ रखदियां ने। सतगुरु राम सिंह सच्चे पातशाह किरपा करन असीं उन्हां द्वारा चलाए होए दर्शाए होए इन्हां सिੱਖੀ सिद्धांतां ते चल सकीए। धन्नवाद। सत श्री अकाल।